सत श्री अकाल जी सारिਆਂ ਨੂੰ ਵੈਲਕਮ ਟੂ ਅਨਹਦ ਅਚੀਵਰਸ ਅਕੈਡਮੀ। ਦੋਸਤੋ ਮੇਰਾ ਨਾਮ ਹੈ ਡਾਕਟਰ ਹਰਮਨਿੰਦਰ ਸਿੰਘ। ਦੋਸਤੋ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਹਿਸਟਰੀ ਦੇ ਜਿਹੜੇ ਮੋਸਟ ਇੰਪੋਰਟੈਂਟ MCQs ਨੇ ਉਹ ਆਪਾਂ ਡਿਸਕਸ ਕਰਾਂਗੇ, ਜੋ ਕਿ ਸਾਡੇ ਪੰਜਾਬ ਗਵਰਨਮੈਂਟ ਐਗਜ਼ਾਮ ਦੇ ਵਾਸਤੇ ਕਾਫੀ ਇੰਪੋਰਟੈਂਟ ਹੋ ਸਕਦੇ ਨੇ ਤੇ ਇਹਨਾਂ ਚੋਂ ਬਹੁਤ ਸਾਰੇ ਕੁਐਸਚਨ ਜਿਹੜੇ ਨੇ ਉਹ ਆ ਵੀ ਸਕਦੇ ਨੇ। ਤੇ ਚਲੋ ਵਿਦਆਊਟ ਐਨੀ ਡਿਲੇ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਸੈਸ਼ਨ। ਤੋਂ ਸਾਡਾ ਪਹਿਲਾ ਜਿਹੜਾ ਕੁਐਸਚਨ ਹੈ ਉਹ ਕੀ ਹੈ, which one of the following is considered the Magna Carta of the Indian people? ਦੋਸਤੋ ਇੱਥੇ ਕੁਛ ਨਾ ਐਕਟ ਦਿੱਤੇ ਗਏ ਆ ਆਪਸ਼ਨ ਦੇ ਵਿੱਚ, ਜਿਵੇਂ ਕੁਈਨ ਵਿਕਟੋਰੀਆ ਦੀ ਪ੍ਰੋਕਲੇਮੇਸ਼ਨ ਹੈ, ਗਵਰਨਮੈਂਟ ਆਫ ਇੰਡੀਆ ਐਕਟ 1858 ਹੈ, ਇਲਬਰਟ ਬਿੱਲ ਹੈ ਤੇ ਇੰਡੀਅਨ ਕਾਉਂਸਲ ਐਕਟ ਆਫ 1892 ਹੈ। ਆਪਾਂ ਦੱਸਣਾ ਹੈ ਕਿ ਵੀ ਇਹਨਾਂ ਦੇ ਵਿੱਚੋਂ ਜਿਹੜਾ ਮੈਗਨਾ ਕਾਰਟਾ ਆਫ ਦਾ ਇੰਡੀਅਨ ਪੀਪਲ ਕਿਹਨੂੰ ਕਿਹਾ ਗਿਆ ਸੀ। ਤੇ ਦੋਸਤੋ ਇੱਥੇ ਜਿਹੜਾ ਸਹੀ ਆਂਸਰ ਹੈ ਉਹ ਇਹ ਹੈ ਕੁਈਨ ਵਿਕਟੋਰੀਆਜ਼ ਪ੍ਰੋਕਲੇਮੇਸ਼ਨ, ਜੋ ਕਿ 1858 ਦੇ ਵਿੱਚ ਆਈ ਸੀਗੀ, ਯਾਨੀ ਕਿ ਰਿਵੋਲਟ ਤੋਂ ਬਾਅਦ ਆਈ ਸੀਗੀ, ਤੇ ਉਹਨੂੰ ਮੈਗਨਾ ਕਾਰਟਾ ਆਫ ਇੰਡੀਆ ਦਾ ਜਿਹੜਾ ਸੀਗਾ ਕੰਸੀਡਰ ਕੀਤਾ ਗਿਆ ਸੀਗਾ। ਸੋ ਦੋਸਤੋ ਇੱਥੇ ਜਿਹੜਾ ਆਂਸਰ ਹੈ ਉਹ ਆਏਗਾ ਏ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਨਿਊਜ਼ ਪੇਪਰ ਵਾਜ਼ ਸਟਾਰਟਡ ਬਾਈ ਐਨੀ ਬਸੰਤ। ਸੋ ਸਾਡੇ ਕੋਲ ਆਪਸ਼ਨਸ ਨੇ ਦ ਹਿੰਦੂ, ਇੰਡੀਅਨ ਐਕਸਪ੍ਰੈਸ, ਦ ਟਾਈਮਸ ਆਫ ਇੰਡੀਆ ਤੇ ਦ ਨਿਊ ਇੰਡੀਆ। ਤੇ ਦੋਸਤੋ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਐਨੀ ਬਸੰਤ ਜੋ ਸੀਗੇ ਉਹਨਾਂ ਨੇ ਜਿਹੜਾ ਸਟਾਰਟ ਕੀਤਾ ਸੀ ਉਹ ਸੀ ਨਿਊ ਇੰਡੀਆ। ਸੋ ਇੱਥੇ ਜਿਹੜਾ ਸਾਡੇ ਕੋਲ ਆਂਸਰ ਹੈ ਉਹ ਹੋਏਗਾ ਡੀ। ਠੀਕ ਹੈ ਦੋਸਤੋ, ਨੈਕਸਟ ਦੇਖਦੇ ਹਾਂ ਆਪਾਂ ਕੁਐਸਚਨ ਨੰਬਰ 3। ਕੁਐਸਚਨ ਨੰਬਰ 3 ਕੀ ਕਹਿੰਦਾ ਹੈ, ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਰੀਅਲ ਫਾਊਂਡਰ ਆਫ ਦਾ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ। ਠੀਕ ਹੈ ਜੀ, ਸੋ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਜਿਹੜੇ ਰੀਅਲ ਫਾਊਂਡਰ ਸੀ, ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ, ਉਹ ਕੌਣ ਸੀਗੇ? ਨਵਾਬ ਸਲੀਮੁੱਲਾ, ਸੈयद ਅਹਿਮਦ ਖਾਨ, ਅਬੁਲ ਕਲਾਮ ਆਜ਼ਾਦ ਤੇ ਮੁਹੰਮਦ ਅਲੀ ਜਿਨਾ। ਤੋ ਇਹ ਜਿਹੜੇ ਜਿੰਨੇ ਵੀ ਨਾਮ ਨੇ ਅਸੀਂ ਸਾਰਿਆਂ ਦੇ ਨਾਲ ਦੋਸਤੋ ਫੈਮੀਲੀਅਰ ਹੀ ਆ, ਪਰ ਸਾਰਿਆਂ ਸੁਣੇ ਹੋਏ ਆ। ਤੇ ਇਹਦੇ 'ਚ ਜਿਹੜਾ ਆਂਸਰ ਹੈ ਦੋਸਤੋ ਉਹ ਬੀ ਹੈ, ਸੈयद ਅਹਿਮਦ ਖਾਨ ਜੋ ਸੀਗੇ ਉਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਜੋ ਹੈ ਉਹ ਸਟਾਰਟ ਕੀਤੀ ਸੀ। ਸੋ ਆਂਸਰ ਇੱਥੇ ਕੀ ਹੋ ਗਿਆ? ਸਹੀ ਆਂਸਰ ਹੈ ਬੀ। ਠੀਕ ਹੈ ਜੀ, ਨੈਕਸਟ ਹੈ ਜੀ ਕੁਐਸਚਨ ਨੰਬਰ 4, ਵਿਚ ਆਫ ਦਾ ਫੋਲੋਇੰਗ ਇਵੈਂਟਸ ਇੰਸਪਾਇਰਡ ਫॉर ਦਾ ਫਾਰਮੇਸ਼ਨ ਆਫ ਦਾ ਹੋਮ ਰੂਲ ਲੀਗਸ। ਹਾਂਜੀ, ਹੋਮ ਰੂਲ ਲੀਗ ਜੋ ਸੀਗੇ ਇਹ ਕਿੱਥੇ ਜੋ ਕਿੱਦਾਂ ਇਹਨਾਂ ਨੂੰ ਇੰਸਪੀਰੇਸ਼ਨ ਮਿਲੀ, ਕਿੱਦਾਂ ਇੰਸਪਾਇਰਡ ਹੋਏ? ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਦੋਸਤੋ ਜਿਹੜਾ ਆਪਣੇ ਇੰਡੀਆ ਦੇ ਵਿੱਚ ਜਿਵੇਂ ਹੋਮ ਰੂਲ ਮੂਵਮੈਂਟ ਸਟਾਰਟ ਹੋਈ ਸੀ, ਐਕਚੁਅਲ ਦੇ ਵਿੱਚ ਇਹਦੇ ਨਾਲ ਦੀਆਂ ਮੂਵਮੈਂਟਸ ਜਿਹੜੀਆਂ ਸੀਗੀਆਂ, ਜਿਹਨੂੰ ਆਪਾਂ ਆਇਰਿਸ਼ ਹੋਮ ਰੂਲ ਮੂਵਮੈਂਟਸ ਵੀ ਕਹਿੰਦੇ ਹੈਗੇ, ਜਾਂ ਹੋਮ ਰੂਲ ਮੂਵਮੈਂਟਸ ਉੱਦਾਂ ਵੀ ਬ੍ਰਿਟੇਨ ਸਾਈਡ ਜਿਹੜੀਆਂ ਸੀ ਉਹ ਸਟਾਰਟ ਹੋਈਆਂ ਸੀਗੀਆਂ। ਇਹ ਫਸਟ ਵਰਲਡ ਵਾਰ ਦੇ ਨੇੜੇ ਤੇੜੇ ਜਿਹੜੀਆਂ ਸੀਗੀਆਂ ਉਹ ਸਟਾਰਟ ਹੋਈਆਂ ਸੀਗੀਆਂ। ਠੀਕ ਹੈ, ਸੋ ਇੱਥੇ ਆਪਸ਼ਨਸ ਨੇ ਫਸਟ ਵਰਲਡ ਵਾਰ, ਜਸਟ ਬਿਫੋਰ ਦਾ ਫਸਟ ਵਰਲਡ ਵਾਰ, ਸੀ ਆਫਟਰ ਦਾ ਫਸਟ ਵਰਲਡ ਵਾਰ, ਜਾਂ ਆਫਟਰ ਦਾ ਪਾਸਿੰਗ ਆਫ ਦਾ ਐਕਟ ਆਫ 1909। ਤੇ ਦੋਸਤੋ ਇੱਥੇ ਆਂਸਰ ਆਏਗਾ ਏ, ਫਸਟ ਵਰਲਡ ਵਾਰ ਦੇ ਜਿਹੜੇ ਨੇੜੇ ਤੇੜੇ, ਯਾਨੀ ਕਿ ਜਦੋਂ ਫਸਟ ਵਰਲਡ ਵਾਰ ਦੇ ਦੌਰਾਨ ਹੀ ਜਿਹੜੀਆਂ ਬ੍ਰਿਟੇਨ ਜਾਂ ਬਾਕੀ ਦੇ ਜਿਹੜੇ ਕੰਟਰੀ ਸੀਗੇ, ਜਿਵੇਂ ਆਇਰਲੈਂਡ ਹੋ ਗਿਆ, ਇੱਥੇ ਆਇਰਿਸ਼ ਹੋਮ ਰੂਲ ਬੜੀ ਫੇਮਸ ਸੀਗੀ, ਤੇ ਇੱਥੋਂ ਸਟਾਰਟ ਹੋ ਕੇ ਬਾਕੀ ਦੇ ਦੇਸ਼ਾਂ ਵਿੱਚ ਵੀ ਇਹ ਹੋਮ ਰੂਲ ਜਿਹੜੀਆਂ ਮੂਵਮੈਂਟਸ ਸੀ ਸਟਾਰਟ ਹੋ ਗਈਆਂ। ਠੀਕ ਹੈ, ਤਾਂ ਇੰਡੀਆ ਦੇ ਵਿੱਚ ਇਹਦੀ ਵਾਰੀ 1916 ਦੇ ਵਿੱਚ ਆਈ ਸੀਗੀ, ਜਦੋਂ ਇੰਡੀਆ 'ਚ ਸਟਾਰਟ ਹੋਈ ਸੀ। ਸੋ ਇਸ ਕਰਕੇ ਦਾ ਜਿਹੜਾ ਆਂਸਰ ਹੈਗਾ ਉਹ ਏ ਹੋਏਗਾ, ਫਸਟ ਵਰਲਡ ਵਾਰ ਤੋਂ ਇੰਸਪਾਇਰ ਹੋ ਕੇ ਜਿਹੜੀਆਂ ਹੋਮ ਰੂਲ ਲੀਗਸ ਜਿਹੜੀਆਂ ਸੀ ਉਹ ਸਟਾਰਟ ਹੋਈਆਂ ਸੀ। ਠੀਕ ਹੈ ਦੋਸਤੋ, ਸੋ ਇੱਥੇ ਦਾ ਆਂਸਰ ਕੀ ਹੋ ਗਿਆ? ਏ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਲੀਡਰ ਆਰਗੇਨਾਈਜ਼ ਦਾ ਸਵਰਾਜ ਪਾਰਟੀ। ਇਹਨਾਂ ਚੋਂ ਕਿਹੜੇ ਲੀਡਰ ਨੇ ਸਵਰਾਜ ਪਾਰਟੀ ਜਿਹੜੀ ਸੀ ਉਹ ਸਟਾਰਟ ਕੀਤੀ ਸੀ? ਤੇ ਸਾਡੇ ਆਪਸ਼ਨ ਨੇ ਦੋਸਤੋ ਲਾਲਾ ਲਾਜਪਤ ਰਾਏ ਐਂਡ ਫਿਰੋਜ਼ ਸ਼ਾਹ ਮਹਿਤਾ, ਬੀ ਹੈ ਜੀ ਸਰੋਜਨੀ ਨਾਇਡੂ ਤੇ ਐਨੀ ਬਸੰਤ, ਸੀ ਹੈ CR ਦਾਸ ਤੇ ਮੋਤੀ ਲਾਲ ਨਹਿਰੂ, ਔਰ ਡੀ ਹੈ ਜੀ C ਰਾਜਾ ਗੋਪਾਲਾਚਰੀ ਤੇ CY ਚਿੰਤਾਮਨੀ। ਠੀਕ ਹੈ ਦੋਸਤੋ, ਸੋ ਜਿਨ੍ਹਾਂ ਨੇ ਹੁਣ ਹਿਸਟਰੀ ਪੜ੍ਹੀ ਹੋਈ ਹੈ ਉਹਨਾਂ ਨੂੰ ਪਤਾ ਹੋਏਗਾ ਕਿ ਸਵਰਾਜ ਪਾਰਟੀ ਜਿਹੜੀ ਸੀਗੀ ਉਹ CR ਦਾਸ ਤੇ ਮੋਤੀ ਲਾਲ ਨਹਿਰੂ ਜੋ ਸੀਗੇ ਉਹਨਾਂ ਨੇ ਜਿਹੜੀ ਸੀਗੀ ਇਹਦੀ ਆਰਗੇਨਾਈਜ਼ ਕੀਤੀ ਸੀ, ਸਟਾਰਟ ਕੀਤੀ ਸੀ। ਸੋ ਆਂਸਰ ਕੀ ਹੋ ਗਿਆ ਸਾਡਾ? ਸੀ। ਠੀਕ ਹੈ ਜੀ, ਨੈਕਸਟ ਹੈ ਕੁਐਸਚਨ ਨੰਬਰ 6, ਕਹਿੰਦਾ ਕਿ ਵਾਈ ਵਾਜ਼ ਦਾ ਖਿਲਾਫਤ ਮੂਵਮੈਂਟ ਸਟਾਰਟਡ। ਹਾਂਜੀ, ਖਿਲਾਫਤ ਮੂਵਮੈਂਟ ਜੋ ਸੀਗੀ ਉਹ ਕਿਉਂ ਸਟਾਰਟ ਕੀਤੀ ਗਈ ਸੀ? ਟੂ ਪ੍ਰੋਟੈਸਟ ਅਗੇਂਸਟ ਦਾ ਇਨਜਸਟਿਸ ਡਨ ਟੂ ਇਜਿਪਟ। ਠੀਕ ਹੈ ਜੀ, ਜਾਂ ਫਿਰ ਇਨਜਸਟਿਸ ਡਨ ਟੂ ਅਰੇਬੀਆ, ਜਾਂ ਇਨਜਸਟਿਸ ਡਨ ਟੂ ਪਰਸ਼ੀਆ, ਜਾਂ ਇਨਜਸਟਿਸ ਡਨ ਟੂ ਤੁਰਕੀ। ਤੋ ਟਰਕੀ ਦੇ ਵਿੱਚ ਕੀ ਸੀਗਾ? ਜਿਵੇਂ ਕਿ ਹੁਣ ਇੱਥੇ ਸਾਡੇ ਕੋਲ ਜਿਹੜਾ ਕਰੈਕਟ ਆਪਸ਼ਨ ਹੈ ਉਹ ਡੀ ਹੈ, ਕਿਉਂਕਿ ਵਰਲਡ ਵਾਰ ਤੋਂ ਬਾਅਦ ਕੀ ਸੀਗਾ ਕਿ ਜਿਹੜਾ ਖਲੀਫਾ ਸੀਗਾ, ਜਿਨ੍ਹਾਂ ਨੂੰ ਰਿਲੀਜੀਅਸ ਲੀਡਰ ਮੰਨਦੇ ਸੀਗੇ ਮੁਸਲਿਮਸ, ਉਹਨੂੰ ਰਿਮੂਵ ਕਰ ਦਿੱਤਾ ਗਿਆ ਸੀ ਬ੍ਰਿਟਿਸ਼ਰਸ ਦੁਆਰਾ ਤੁਰਕੀ ਦੇ ਵਿੱਚ। ਤੇ ਉਹਦੇ ਕਰਕੇ ਉਸ ਤੋਂ ਬਾਅਦ ਆਲ ਓਵਰ ਦਾ ਵਰਲਡ ਜਿਹੜੇ ਮੁਸਲਿਮ ਸੀਗੇ ਉਹ ਨਾਰਾਜ਼ ਸੀਗੇ ਬ੍ਰਿਟਿਸ਼ਰਸ ਤੋਂ, ਤੇ ਉਹਨਾਂ ਨੇ ਕਿਹਾ ਕਿ ਉਸ ਚੀਜ਼ ਦੇ ਅਗੇਂਸਟ ਜਿਹੜਾ ਸੀ ਉਹਨਾਂ ਨੇ ਖਿਲਾਫਤ ਮੂਵਮੈਂਟ ਜਿਹੜੀ ਸੀਗੀ ਉਹ ਸਟਾਰਟ ਕੀਤੀ ਸੀਗੀ। ਸੋ ਇੱਥੇ ਜਿਹੜਾ ਆਂਸਰ ਹੈ ਸਾਡੇ ਕੋਲ ਡੀ ਹੋਏਗਾ। ਠੀਕ ਹੈ ਜੀ, नेक्स्ट है जी क्वेश्चन नंबर 7। क्वेश्चन नंबर 7 है जी वेयर डिड गांधी जी फॉर्म द सत्याग्रह सभा। सो एक फैक्चुअल क्वेश्चन है। ऑप्शन ने बॉम्बे, कलकत्ता, पूना, नागपुर। दोस्तों बॉम्बे दे विच
ਗਾਂਧੀ ਜੀ ਨੇ ਸੱਤਿਆਗ੍ਰਹਿ ਸਭਾ ਜਿਹੜੀ ਸੀਗੀ ਉਹ ਸਟਾਰਟ ਕੀਤੀ ਸੀਗੀ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਗਾਂਧੀ ਜੀ ਨੇ ਬੰਬੇ ਦੇ ਵਿੱਚ ਸੱਤਿਆਗ੍ਰਹਿ ਸਭਾ ਜਿਹੜੀ ਸੀ ਉਹ ਸਟਾਰਟ ਕੀਤੀ ਸੀ। ਸੋ ਆਪਸ਼ਨ ਸਾਡੇ ਕੋਲ ਸਹੀ ਕਿਹੜਾ ਹੋ ਗਿਆ? ਏ। ਠੀਕ ਹੈ ਜੀ, ਨੈਕਸਟ ਹੈ ਜੀ, ਵਿਚ ਆਫ ਦ ਫੋਲੋਇੰਗ ਈਵੈਂਟ ਵਾਜ਼ ਦ ਰੀਜ਼ਨ ਫॉर ਸਸਪੈਂਸ਼ਨ ਆਫ ਨॉन ਕੋਆਪਰੇਸ਼ਨ ਮੂਵਮੈਂਟ। ਹਾਂਜੀ, ਕੁਐਸਚਨ ਨੰਬਰ 9 ਕੀ ਕਹਿੰਦਾ ਹੈ ਕਿ ਇਹਦੇ ਵਿੱਚੋਂ ਕਿਹੜੀ ਜਿਹੜੀ ਈਵੈਂਟ ਸੀਗੀ ਜਿਹਦੇ ਕਰਕੇ ਜਿਹੜਾ ਨॉन ਕੋਆਪਰੇਸ਼ਨ ਮੂਵਮੈਂਟ ਜਿਹੜੀ ਸੀ ਉਹ ਕੈਂਸਲ ਕੀਤੀ ਗਈ ਸੀ, ਸਸਪੈਂਡ ਕੀਤੀ ਗਈ ਸੀ। ਸੋ ਇਹ ਕੀ ਸੀਗਾ? ਦ ਨॉन ਕੋਆਪਰੇਟਰਸ ਵਰ ਨਾਟ ਐਂਥੂਸੀਐਸਟਿਕ, ਯਾਨੀ ਕਿ ਜਿਹੜੇ ਉੱਤੇ ਲੋਕ ਭਾਗ ਲੈ ਰਹੇ ਸੀਗੇ ਉਹਨਾਂ 'ਚ ਕੋਈ ਬਹੁਤਾ ਜੋਸ਼ ਨਹੀਂ ਸੀਗਾ। ਦੂਜੀ ਆਪਸ਼ਨ ਹੈਗੀ ਦ ਲੀਡਰਸ ਲਾਈਕ ਸੁਭਾਸ਼ ਚੰਦਰ ਬੋਸ ਵਰ ਅਗੇਂਸਟ ਇਟ, ਯਾਨੀ ਕਿ ਨੇਤਾ ਜੀ ਦੇ ਅਗੇਂਸਟ ਸੀਗੇ। ਸੀ ਹੈਗਾ ਗਾਂਧੀ ਜੀ ਬੋਰਡ ਟੂ ਦ ਪ੍ਰੈਸ਼ਰ ਆਫ ਦ ਬ੍ਰਿਟਿਸ਼ ਗਵਰਨਮੈਂਟ, ਯਾਨੀ ਕਿ ਜਿਹੜੇ ਗਾਂਧੀ ਜੀ ਸੀਗੇ ਉਹ ਬ੍ਰਿਟਿਸ਼ ਗਵਰਨਮੈਂਟ ਦੇ ਪ੍ਰੈਸ਼ਰ ਅੱਗੇ ਝੁਕ ਗਏ ਸੀਗੇ। ਜਾਂ ਡੀ ਹੈਗਾ ਚੌਰੀ ਚੌਰਾ ਇੰਸੀਡੈਂਟ। ਠੀਕ ਹੈ ਜੀ, ਸੋ ਦੋਸਤੋ ਇੱਥੇ ਜਿਹੜਾ ਸਹੀ ਆਪਸ਼ਨ ਹੈ ਉਹ ਡੀ ਹੈ, ਚੌਰੀ ਚੌਰਾ ਇੰਸੀਡੈਂਟ, ਜਿਹਦੇ ਵਿੱਚ ਲੋਕੀ ਜਿਹੜੇ ਸੀਗੇ ਉਹ ਵਾਇਲੈਂਟ ਹੋ ਗਏ ਸੀਗੇ ਤੇ ਉਹਨਾਂ ਨੇ ਕੁਝ ਪੁਲਿਸਮੈਨ ਜਿਹੜੇ ਸੀਗੇ, ਪੁਲਿਸ ਦੇ ਬੰਦੇ ਸੀ, ਉਹਨਾਂ ਨੂੰ ਜਿੰਦਾ ਜਲਾ ਦਿੱਤਾ ਸੀਗਾ ਤੇ ਗਾਂਧੀ ਜੀ ਜਿਹੜੇ ਸੀਗੇ ਉਹ ਵਾਇਲੈਂਸ ਦੇ ਅਗੇਂਸਟ ਸੀਗੇ। ਇਸ ਕਰਕੇ ਉਹਨਾਂ ਨੇ ਨॉन ਕੋਆਪਰੇਸ਼ਨ ਮੂਵਮੈਂਟ ਜਿਹੜੀ ਸੀਗੀ, ਜਿਹੜੀ ਕਿ 1920 ਸਟਾਰਟ ਹੋਈ ਸੀ, ਉਹਨੂੰ ਸਸਪੈਂਡ ਕਰ ਦਿੱਤਾ ਸੀਗਾ। ਸੋ ਦੋਸਤੋ ਇੱਥੇ ਜਿਹੜਾ ਆਨਸਰ ਹੋ ਗਿਆ ਇਹਦਾ ਡੀ। ਠੀਕ ਹੈ ਜੀ, ਨੈਕਸਟ ਕੁਐਸਚਨ ਕੀ ਕਹਿੰਦਾ ਹੈ? ਵਿਚ ਆਫ ਦ ਫੋਲੋਇੰਗ ਇੰਸੀਡੈਂਟ ਐਂਡਡ ਦ ਹਿਸਟੋਰਿਕ ਫਾਸਟ ਆਫ ਗਾਂਧੀ। ਠੀਕ ਹੈ ਜੀ, ਸੋ ਆਪਸ਼ਨ ਨੇ ਪੂਨਾ ਪੈਕਟ, ਇਸ਼ੂ ਆਫ ਵਾਈਟ ਪੇਪਰ, ਸੀ ਹੈ ਗਾਂਧੀ ਇਰਵਿਨ ਪੈਕਟ ਔਰ ਡੀ ਹੈ ਅਰਾਈਵਲ ਆਫ ਸਾਈਮਨ ਕਮਿਸ਼ਨ। ਸੋ ਦੋਸਤੋ ਇੱਥੇ ਜਿਹੜਾ ਇਹਦਾ ਆਨਸਰ ਹੈ ਉਹ ਕੀ ਹੈ? ਪੂਨਾ ਪੈਕਟ। ਪੂਨਾ ਪੈਕਟ ਜਿਹੜਾ 1932 'ਚ ਸਾਈਨ ਹੋਇਆ ਸੀ ਗਾਂਧੀ ਜੀ ਤੇ ਡਾਕਟਰ BR ਅੰਬੇਦਕਰ ਹੁਣਾਂ ਦੇ ਵਿਚਕਾਰ। ਠੀਕ ਹੈ ਜੀ, ਔਰ ਪੂਨਾ ਪੈਕਟ ਤੇ ਹੀ ਜਿਹੜਾ ਸੀ ਗਾਂਧੀ ਜੀ ਨੇ ਉਦੋਂ ਫਾਸਟ ਐਂਡ ਕੀਤਾ ਸੀਗਾ। ਸੋ ਇਹਦਾ ਜਿਹੜਾ ਆਨਸਰ ਹੈ ਉਹ ਕੀ ਹੋ ਗਿਆ? ਏ। ਇਹ ਤੁਸੀਂ ਯਾਦ ਰੱਖਣਾ ਹੈ ਬੱਚੇ। ਠੀਕ ਹੈ ਜੀ, ਨੈਕਸਟ ਹੈ ਕੁਐਸਚਨ ਨੰਬਰ 11। ਕੁਐਸਚਨ ਨੰਬਰ 11 ਕਹਿੰਦਾ ਹੈ ਜੀ, ਹੂ ਲੈਡ ਦ ਬਰਦੌਲੀ ਸੱਤਿਆਗ੍ਰਹਿ ਇਨ 1928। ਬਰਦੌਲੀ ਸੱਤਿਆਗ੍ਰਹਿ ਦੀ ਜਿਹੜੀ ਅਗਵਾਈ ਸੀਗੀ ਉਹ ਕਿਹੜੇ ਲੀਡਰ ਨੇ ਕੀਤੀ ਸੀ? ਦੋਸਤੋ ਸਾਡੇ ਕੋਲ ਆਪਸ਼ਨਸ ਨੇ, ਏ ਮੋਰਾਰਜੀ ਦੇਸਾਈ, ਬੀ ਹੈ ਜੀ MK ਗਾਂਧੀ, ਸੀ ਮਹਾਦੇਵ ਦੇਸਾਈ ਜਾਂ ਡੀ ਹੈ ਵੱਲਭ ਭਾਈ ਪਟੇਲ। ਹਾਂਜੀ, ਬਰਦੌਲੀ ਸੱਤਿਆਗ੍ਰਹਿ ਤਾਂ ਦੋਸਤੋ 1928 ਦਾ ਇਹ ਜਿਹੜਾ ਸੱਤਿਆਗ੍ਰਹਿ ਸੀਗਾ ਇਹਦੀ ਅਗਵਾਈ ਵੱਲਭ ਭਾਈ ਪਟੇਲ ਨੇ ਕੀਤੀ ਸੀਗੀ। ਸੋ ਡੀ ਜਿਹੜਾ ਹੈਗਾ ਇਹਦਾ ਸਹੀ ਆਨਸਰ ਆਏਗਾ ਬੱਚੇ, ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 12। ਕੁਐਸਚਨ ਨੰਬਰ 12 ਕਹਿੰਦਾ ਕਿ ਵਾਈ ਵਾਜ਼ ਦਾ ਸਾਈਮਨ ਕਮਿਸ਼ਨ ਬਾਈਕਾਟਡ। ਠੀਕ ਹੈ, ਇਹਦਾ ਮਤਲਬ ਹੈ ਕਿ ਬਈ ਸਾਈਮਨ ਕਮਿਸ਼ਨ ਦਾ 1928 ਚ ਇੰਨੇ ਜਾਣਿਆਂ ਨੇ ਵਿਰੋਧ ਕੀਤਾ, ਉਹ ਵਿਰੋਧ ਜਿਹੜਾ ਸੀਗਾ ਉਹ ਬਾਈਕਾਟ ਜਿਹੜਾ ਸੀਗਾ ਕਿਉਂ ਕੀਤਾ ਗਿਆ? ਏ ਆਪਸ਼ਨ ਹੈ ਜੀ, ਸਾਈਮਨ ਵਾਜ਼ ਨਾਟ ਨੋਨ ਟੂ ਏ ਗ੍ਰੇਟ ਸਪੋਰਟਰ ਆਫ ਦਾ ਇੰਡੀਅਨ ਕਾਜ਼। ਠੀਕ ਹੈ ਜੀ, ਯਾਨੀ ਕਿ ਜਿਹੜਾ ਸਾਈਮਨ ਜਿਹੜੇ ਸੀਗੇ ਜੋ ਕਿ ਹੈੱਡ ਸੀਗੇ ਇਸ ਕਮਿਸ਼ਨ ਦੇ, ਸਰ ਜੌਨ ਸਾਈਮਨ, ਉਹ ਇੰਡੀਆ ਦੇ ਕੋਈ ਖਾਸ ਸਪੋਰਟਰ ਨਹੀਂ ਸੀਗੇ। ਦੂਜਾ ਸੀਗਾ ਆਲ ਦਾ ਮੈਂਬਰਸ ਆਫ ਦਾ ਕਮਿਸ਼ਨ ਵਰ ਇੰਗਲਿਸ਼ਮੈਨ। ਤੀਜਾ ਹੈ ਜੀ ਇਟ ਵਾਜ਼ ਅਪਾਇੰਟਡ ਬਿਫੋਰ ਦਾ ਐਕਸਪਾਇਰੀ ਆਫ ਦਾ ਸਟੈਚੂਟਰੀ ਪੀਰੀਅਡ। ਜਾਂ ਪੀਸਫੁਲ ਡੈਮੋਸਟ੍ਰੇਟਰਸ ਵਰ ਸਵੀਅਰਲੀ ਬੀਟਨ ਬਾਈ ਦਾ ਪੁਲਿਸ। ਤੇ ਦੋਸਤੋ ਇਹਦੇ ਚੋਂ ਜਿਹੜਾ ਮੇਨ ਰੀਜ਼ਨ ਹੈ ਉਹ ਹੈ ਬੀ, ਯਾਨੀ ਕਿ ਇਹਦੇ ਵਿੱਚ ਮੇਨ ਬਾਈਕਾਟ ਕਰਨ ਦਾ ਰੀਜ਼ਨ ਇਹ ਸੀਗਾ ਕਿ ਬਈ ਸਾਰੇ ਮੈਂਬਰ ਇੰਗਲਿਸ਼ਮੈਨ ਹੈਗੇ ਆ, ਇੰਡੀਆ ਦਾ ਕੋਈ ਬੰਦਾ ਵਿੱਚ ਰੱਖਿਆ ਨਹੀਂ ਗਿਆ, ਇਸ ਕਰਕੇ ਸਾਈਮਨ ਕਮਿਸ਼ਨ ਦਾ ਬਾਈਕਾਟ ਕਰਨ ਦਾ ਜਿਹੜਾ ਫੈਸਲਾ ਸੀ ਉਹ ਲਿਆ ਗਿਆ। ਠੀਕ ਹੈ ਜੀ, ਸੋ ਬੀ ਇਜ਼ ਦਾ ਆਨਸਰ। ਨੈਕਸਟ ਹੈ ਜੀ ਕੁਐਸਚਨ ਨੰਬਰ 13 ਕੀ ਕਹਿੰਦਾ ਕਿ ਵਟ ਵਾਜ਼ ਦਾ ਇਲਬਰਟ ਬਿੱਲ ਇੰਟੈਂਡਡ ਫॉर, ਯਾਨੀ ਕਿ ਇਲਬਰਟ ਬਿੱਲ ਦੇ ਵਿੱਚ ਕੀ ਨਵੀਂ ਚੀਜ਼ ਪੇਸ਼ ਕੀਤੀ ਗਈ, ਇਹ ਕਿਸ ਚੀਜ਼ ਦੇ ਉੱਤੇ ਬੇਸ ਸੀਗਾ? ਹਾਂਜੀ, ਏ ਹੈਗਾ ਜੀ ਟੂ ਰਿਮੂਵ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਇਨ ਇੰਪਲੋਇਮੈਂਟ, ਬੀ ਹੈਗਾ ਟੂ ਇਨੇਬਲ ਇੰਡੀਅਨ ਡਿਸਟ੍ਰਿਕਟ ਮੈਜਿਸਟ੍ਰੇਟ ਐਂਡ ਸੈਸ਼ਨ ਜजेस ਟੂ ਟਰਾਈ ਯੂਰਪੀਅਨ, ਸੀ ਹੈ ਟੂ ਸੇਵ ਇੰਡੀਅਨਸ ਫਰॉम ਰੇਸ਼ੀਅਲ ਹਿਊਮਿਲੀਏਸ਼ਨ ਜਾਂ ਟੂ ਚੇਂਜ ਦਾ ਮੈਥਡ ਆਫ ਰਿਕਰੂਟਮੈਂਟ ਇਨ ਦਾ ਇੰਡੀਅਨ ਸਿਵਲ ਸਰਵਿਸ। ਤੇ ਦੋਸਤੋ ਹੁਣ ਇਹਦੇ ਚ ਕੀ ਹੈ ਕਿ ਜਿਹੜਾ ਬੀ ਆਪਸ਼ਨ ਹੈ ਉਹ ਸਹੀ ਆਨਸਰ ਹੈ। ਤੋ ਇਹਦੇ ਵਿੱਚ ਕੀ ਲਿਖਿਆ ਹੈ? ਇਸ ਬਿੱਲ ਦੇ ਅੰਡਰ ਕੀ ਸੀਗਾ ਕਿ ਜਿਹੜੇ ਇੰਡੀਆ ਦੇ ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਸੀ, ਜਿਹੜੇ ਇੰਡੀਅਨ ਜਿਹੜੇ ਸੀ ਜजेस ਸੀਗੇ, ਉਹ ਯੂਰਪੀਅਨਸ ਦੇ ਯੂਰਪੀਅਨਸ ਦੇ ਕੇਸ ਜਿਹੜੇ ਸੀਗੇ ਉਹ ਵੀ ਲੈ ਸਕਦੇ ਸੀਗੇ। ਠੀਕ ਹੈ, ਉਹਨਾਂ ਨੂੰ ਜਿਹੜੇ ਸੀਗੇ ਪ੍ਰੀਜ਼ਾਈਡ ਕਰ ਸਕਦੇ ਸੀਗੇ ਤੇ ਇਹੀ ਜਿਹੜਾ ਸੀਗਾ ਇਸ ਬਿੱਲ ਦੀ ਖਾਸੀਅਤ ਸੀਗੀ। ਠੀਕ ਹੈ, ਸੋ ਬੀ ਜਿਹੜਾ ਹੈਗਾ ਇਹਦਾ ਸਹੀ ਆਨਸਰ ਆਏਗਾ। ਨੈਕਸਟ ਹੈ ਜੀ ਕੁਐਸਚਨ ਨੰਬਰ 14 ਜਿਹੜਾ ਹੈਗਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਦਾ ਗਵਰਨਮੈਂਟ ਆਫ ਇੰਡੀਆ ਐਕਟ ਆਫ 1935 ਇਜ਼ ਨਾਟ ਕਰੈਕਟ। ਹਾਂਜੀ ਬੱਚੇ ਧਿਆਨ ਨਾਲ ਦੇਖਣਾ, ਇੱਥੇ ਨਾਟ ਕਰੈਕਟ ਪੁੱਛਿਆ ਗਿਆ ਹੈ। ਸੋ ਏ ਇਜ਼ ਡਾਇਆਰਕੀ ਵਾਜ਼ ਐਸਟੈਬਲਿਸ਼ ਇਨ ਦਾ ਪ੍ਰੋਵਿੰਸਿਸ। ਦੂਜਾ ਹੈਗਾ ਆਪਸ਼ਨ ਦਾ ਵਾਇਸਰਾਏ ਵਾਜ਼ ਗਿਵਨ ਸਪੈਸ਼ਲ ਪਾਵਰ। ਸੀ ਹੈ ਜੀ ਦਾ ਫੈਡਰਲ ਐਗਜ਼ੈਕਟਿਵ ਵਾਜ਼ ਟੂ ਕੰਸਿਸਟ ਆਫ ਦਾ ਵਾਇਸਰਾਏ, ਕਾਉਂਸਲਰਸ ਐਂਡ ਦਾ ਮਿਨਿਸਟਰਸ। ਤੇ ਡੀ ਹੈਗਾ ਜੀ ਫੈਡਰਲ ਲੈਜਿਸਲੇਚਰ ਵਾਜ਼ ਟੂ ਬੀ ਬਾਈ ਕੈਮਰਲ। ਤੇ ਦੋਸਤੋ ਜਿਵੇਂ ਸਾਨੂੰ ਪਤਾ ਹੀ ਹੈ ਕਿ ਬਈ ਡਾਇਆਰਕੀ ਜਿਹੜੀ ਸੀਗੀ 1935 ਦੇ ਐਕਟ ਦੇ ਵਿੱਚ ਪ੍ਰੋਵਿੰਸਿਸ ਦੇ ਵਿੱਚੋਂ ਡਾਇਆਰਕੀ ਜਿਹੜੀ ਸੀ ਉਹ ਖਤਮ ਕੀਤੀ ਗਈ ਸੀਗੀ ਤੇ
ਸੈਂਟਰਲ ਗਵਰਨਮੈਂਟ ਦੇ ਵਿੱਚ ਇੰਟਰੋਡਿਊਸ ਕੀਤੀ ਗਈ ਸੀ। ਸੋ ਇਹ ਜਿਹੜਾ ਏ ਆਪਸ਼ਨ ਹੈ ਇਹ ਤੁਹਾਡਾ ਗਲਤ ਹੋ ਗਿਆ, ਬਾਕੀ ਦੇ ਆਪਸ਼ਨ ਜਿਹੜੇ ਨੇ ਉਹ ਸਹੀ ਹੈ। ਠੀਕ ਹੈ ਜੀ। ਸੋ ਡਾਇਆਰਕੀ ਜਿਹੜੀ ਸੀਗੀ ਉਹ ਸੈਂਟਰਲ ਗਵਰਨਮੈਂਟ ਦੇ ਵਿੱਚ ਇੰਟਰੋਡਿਊਸ ਕੀਤੀ ਗਈ ਸੀ ਪ੍ਰੋਵਿੰਸਿਸ ਚੋਂ ਖਤਮ ਕਰਕੇ। ਸੋ ਇਹ ਜੋ ਹੈ ਇੱਥੇ ਰਾਈਟ ਆਂਸਰ ਹੋਏਗਾ, ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 15। ਇਹ ਕੀ ਕਹਿੰਦਾ ਹੈ, ਵਿਚ ਆਫ ਦਾ ਫੋਲੋਇੰਗ ਲੀਡਰ ਵਾਜ਼ ਨਾਟ ਐਸੋਸੀਏਟਡ ਵਿਦ ਦ ਐਕਸਟ੍ਰੀਮਿਸਟ ਲੀਡਰਸ਼ਿਪ ਆਫ ਇੰਡੀਅਨ ਨੈਸ਼ਨਲ ਕਾਂਗਰਸ। ਤੇ ਦੋਸਤੋ ਬੜਾ ਸਿੰਪਲ ਕੁਐਸਚਨ ਹੈ ਇਹ, ਮੇਰਾ ਖਿਆਲ ਤੁਹਾਨੂੰ ਬਹੁਤ ਸਾਰੇ ਸਟੂਡੈਂਟਸ ਨੂੰ ਪਤਾ ਵੀ ਹੋਏਗਾ ਕਿ ਲਾਲ ਬਾਲ ਪਾਲ ਜੋ ਸੀਗੇ, ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਤੇ ਬਿਪਿਨ ਚੰਦਰ ਪਾਲ, ਇਹ ਸਾਰੇ ਜਿਹੜੇ ਸੀ ਇਹਨਾਂ ਦੇ ਨਾਲ ਅਰਬਿੰਦੋ ਘੋਸ਼ ਜਿਹੜੇ ਸੀਗੇ ਇਹ ਸਾਰੇ ਐਕਸਟ੍ਰੀਮਿਸਟ ਲੀਡਰਸ਼ਿਪ ਦੇ ਬੰਦੇ ਸੀਗੇ, ਐਕਸਟ੍ਰੀਮਿਸਟ ਗਰੁੱਪ ਦੇ ਸੀਗੇ। ਤੇ ਬਾਕੀ ਜਿਹੜਾ ਗਰੁੱਪ ਸੀ ਉਹ ਮੋਡਰੇਟਸ ਦਾ ਉਹ ਅਲੱਗ ਸੀਗਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ। ਤੇ ਇਸ ਕਰਕੇ ਇੱਥੇ ਕੀ ਪੁੱਛਿਆ ਗਿਆ ਕਿ ਇਹਨਾਂ ਚੋਂ ਕਿਹੜਾ ਜਿਹੜਾ ਲੀਡਰ ਹੈ ਉਹ ਐਕਸਟ੍ਰੀਮਿਸਟ ਲੀਡਰਸ਼ਿਪ ਨੂੰ ਨਹੀਂ ਬਿਲੋਂਗ ਕਰਦਾ ਸੀ। ਸੋ ਏ.ਓ. ਹਿਊਮ, ਠੀਕ ਹੈ ਜੀ, ਜਿਨ੍ਹਾਂ ਨੇ ਕਿ ਇਹਨਾਂ ਦਾ ਨਾਮ ਜਿਹੜਾ ਹੈਗਾ INC ਦੀ ਸ਼ੁਰੂਆਤ ਜਦੋਂ ਸਟੈਬਲਿਸ਼ਮੈਂਟ ਹੋਈ ਸੀਗੀ, ਠੀਕ ਹੈ ਜੀ, ਉਸ ਟਾਈਮ ਤੇ ਤੁਹਾਨੂੰ ਯਾਦ ਹੋਏਗਾ ਬਿਲਕੁਲ। ਤੇ ਇਹ ਐਕਸਟ੍ਰੀਮਿਸਟ ਲੀਡਰ ਜਿਹੜੇ ਸੀ ਨਹੀਂ ਸੀਗੇ। ਆ ਬਾਕੀ ਤਿੰਨੋਂ ਜੋ ਹੈ ਉਹ ਐਕਸਟ੍ਰੀਮਿਸਟ ਲੀਡਰ ਸੀਗੇ, ਤੁਸੀਂ ਯਾਦ ਰੱਖਣਾ। ਠੀਕ ਹੈ ਜੀ। ਸੋ ਆਂਸਰ ਇਹਦਾ ਕੀ ਹੋਏਗਾ, ਡੀ। ਨੈਕਸਟ ਹੈ ਜੀ, ਹੂ ਅਮੰਗ ਦਾ ਫੋਲੋਇੰਗ ਵਾਜ਼ ਦ ਕਾਊਂਟਰ ਪਾਰਟ ਆਫ ਦਾ ਟੀਪੂ ਸੁਲਤਾਨ ਡਿਊਰਿੰਗ ਦ ਟ੍ਰੀਟੀ ਆਫ ਸ੍ਰੀਰੰਗਾਪਟਨਮ। ਠੀਕ ਹੈ ਜੀ। ਹੁਣ ਜਿਵੇਂ ਤੁਹਾਨੂੰ ਪਤਾ ਹੀ ਹੋਏਗਾ ਕਿ ਟੀਪੂ ਸੁਲਤਾਨ ਜੋ ਸੀਗੇ ਜਾਂ ਇਹਨਾਂ ਦੇ ਜਿਹੜੇ ਫਾਦਰ ਸੀਗੇ ਹੈਦਰ ਅਲੀ, ਉਹਨਾਂ ਦੀਆਂ ਬ੍ਰਿਟਿਸ਼ਰਸ ਦੇ ਨਾਲ ਲੜਾਈ ਹੁੰਦੀ ਰਹੀ ਹੈ। ਠੀਕ ਹੈ ਜੀ। ਤੇ ਹੁਣ ਇਹਨਾਂ ਨੇ ਜਿਹੜੀ ਇਹ ਟ੍ਰੀਟੀ ਆਫ ਸ੍ਰੀਰੰਗਾਪਟਨਮ ਜਿਹੜੀ ਹੈਗੀ ਹੈ ਜਦੋਂ ਸਾਈਨ ਕੀਤੀ ਸੀਗੀ, ਉਹ 'ਚ ਉਹਨਾਂ ਦੇ ਅਗੇਂਸਟ ਕੌਣ ਬ੍ਰਿਟਿਸ਼ਰ ਸੀਗੇ? ਸੋ ਆਪਸ਼ਨ ਹੈਗੇ ਵੈਰਨ ਹੈਸਟਿੰਗਸ, ਰੋਬਰਟ ਕਲਾਈਵ, ਕੌਰਨਵੈਲਿਸ ਜਾਂ ਡਲਹੌਜ਼ੀ। ਠੀਕ ਹੈ ਜੀ। ਸੋ ਦੋਸਤੋ ਇਹਦੇ 'ਚ ਇਹ ਫੈਕਚੁਅਲ ਕੁਐਸਚਨ ਹੈਗਾ, ਕੁਐਸਚਨ ਨੰਬਰ ਸੀ ਜੋ ਹੈ, ਸੌਰੀ ਆਪਸ਼ਨ ਜਿਹੜੀ ਸੀ ਹੈ ਉਹ ਸਹੀ ਹੈ। ਲਾਰਡ ਕੌਰਨਵੈਲਿਸ ਜਿਹੜੇ ਸੀਗੇ ਉਹ ਕਾਊਂਟਰ ਪਾਰਟ ਸੀਗੇ ਟੀਪੂ ਸੁਲਤਾਨ ਦੇ, ਯਾਨੀ ਕਿ ਉਹਨਾਂ ਨੇ ਟੀਪੂ ਸੁਲਤਾਨ ਦੇ ਨਾਲ ਟ੍ਰੀਟੀ ਆਫ ਸ੍ਰੀਰੰਗਾਪਟਨਮ ਜੋ ਸੀਗੀ ਉਹ ਸਾਈਨ ਕੀਤੀ ਸੀਗੀ। ਠੀਕ ਹੈ ਜੀ। ਚਲੋ ਨੈਕਸਟ ਦੇਖਦੇ ਹਾਂ ਜੀ, ਇਹਦਾ ਆਂਸਰ ਹੋ ਗਿਆ ਸੀ। ਨੈਕਸਟ ਜੋ ਕੁਐਸਚਨ ਨੰਬਰ 17 ਹੈ ਬੱਚੇ, ਉਹ ਕੀ ਹੈ, ਵਿਚ ਆਫ ਦਾ ਫੋਲੋਇੰਗ ਗਵਰਨਰ ਜਨਰਲ ਇੰਟਰੋਡਿਊਸ ਦਾ ਸਰਵਿਸਿਜ਼ ਆਫ ਰੇਲਵੇ ਐਂਡ ਟੈਲੀਗ੍ਰਾਫ ਸਿਸਟਮ। ਠੀਕ ਹੈ ਜੀ। ਸੋ ਆਪਸ਼ਨ ਨੇ ਲਾਰਡ ਕੌਰਨਵੈਲਿਸ, ਲਾਰਡ ਡਲਹੌਜ਼ੀ, ਲਾਰਡ ਵੈਜ਼ਲੀ ਤੇ ਲਾਰਡ ਵਿਲੀਅਮ ਬੈਂਟਿਕ। ਦੋਸਤੋ ਤੁਹਾਨੂੰ ਪਤਾ ਹੋਏਗਾ ਕਿ ਜਿਹੜੇ ਲਾਰਡ ਡਲਹੌਜ਼ੀ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਇਨਫਰਾਸਟ੍ਰਕਚਰ ਸੀਗਾ ਡਿਵੈਲਪ ਕੀਤਾ ਹੈ ਉਸ ਟਾਈਮ ਤੇ ਇੰਡੀਆ ਦੇ ਵਿੱਚ। ਉਹਨਾਂ ਨੇ ਰੇਲਵੇਜ਼ ਡਿਵੈਲਪ ਕੀਤੀਆਂ, ਟੈਲੀਗ੍ਰਾਫ ਡਿਵੈਲਪ ਕੀਤਾ। ਸੋ ਇੱਥੇ ਆਂਸਰ ਜਿਹੜਾ ਹੈਗਾ ਉਹ ਬੀ ਆਏਗਾ, ਲਾਰਡ ਡਲਹੌਜ਼ੀ। ਠੀਕ ਹੈ ਜੀ। ਸੋ ਬੀ ਇਜ਼ ਦਾ ਆਂਸਰ। ਨੈਕਸਟ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਕਰੈਕਟਲੀ ਮੈਚਡ। ਠੀਕ ਹੈ ਜੀ। ਸੋ ਇੱਥੇ ਸਾਡੇ ਕੋਲ ਆਪਸ਼ਨ ਕੀ ਹੈ, ਥਰਡ ਬੈਟਲ ਆਫ ਪਾਨੀਪਤ, ਰੈਗੂਲੇਟਿੰਗ ਐਕਟ ਆਫ 1773, ਪਿਟਸ ਇੰਡੀਆ ਐਕਟ 1761, ਟ੍ਰੀਟੀ ਆਫ ਇਲਾਹਾਬਾਦ 1784। ਹੁਣ ਆਪਾਂ ਦੱਸਣਾ ਹੈ ਕਿ ਇਹਦੇ ਚੋਂ ਕਰੈਕਟਲੀ ਮੈਚ ਜੋ ਹੈ ਉਹ ਕਿਹੜਾ ਪੇਅਰ ਹੈ। ਠੀਕ ਹੈ। ਸੋ ਦੋਸਤੋ ਜਿਹੜਾ ਥਰਡ ਬੈਟਲ ਆਫ ਪਾਨੀਪਤ ਸੀਗਾ ਉਹ ਸੀਗਾ 1761 ਦੇ ਵਿੱਚ। ਉਹ ਕਦੋਂ ਹੋਇਆ ਸੀ? 1761 ਦੇ ਵਿੱਚ। ਤੇ ਜਿਹੜਾ ਟ੍ਰੀਟੀ ਆਫ ਇਲਾਹਾਬਾਦ ਜੋ ਸੀਗੀ ਉਹ 1764 ਤੋਂ ਬਾਅਦ 1765। ਠੀਕ ਹੈ ਜੀ। ਸੋ ਬੈਟਲ ਆਫ ਬਕਸਰ ਤੋਂ ਬਾਅਦ ਜਿਹੜੀ ਸੀਗੀ ਉਹ ਜਿਹੜੀ ਸਾਡੇ ਕੋਲ ਟ੍ਰੀਟੀ ਆਫ ਇਲਾਹਾਬਾਦ ਜਿਹੜੀ ਸੀਗੀ ਉਹ ਸਾਈਨ ਹੋਈ ਸੀ। ਬਚਿਆ ਸਾਡੇ ਕੋਲ ਪਿਟਸ ਇੰਡੀਆ ਐਕਟ ਤੋਂ ਦੋਸਤੋ, ਇਹ 1784 ਦੇ ਵਿੱਚ ਸਾਈਨ ਹੋਇਆ ਸੀਗਾ। ਠੀਕ ਹੈ ਜੀ। ਤੇ ਬਚਿਆ ਹੁਣ ਸਾਡੇ ਕੋਲ ਰੈਗੂਲੇਟਿੰਗ ਐਕਟ। ਸੋ ਇਹਦਾ ਮਤਲਬ ਕੀ ਹੈ ਕਿ ਏ ਆਪਸ਼ਨ, ਸੀ ਆਪਸ਼ਨ ਤੇ ਡੀ ਆਪਸ਼ਨ ਗਲਤ ਨੇ। ਸਾਡੇ ਕੋਲ ਸਹੀ ਆਪਸ਼ਨ ਜੋ ਹੈ ਉਹ ਬੀ ਹੈ, ਰੈਗੂਲੇਟਿੰਗ ਐਕਟ 1773। ਸੋ ਇਸ ਕਰਕੇ ਆਂਸਰ ਕੀ ਹੋ ਗਿਆ, ਬੀ। ਠੀਕ ਹੈ ਜੀ। ਸੋ ਬੀ ਇਜ਼ ਆਂਸਰ, ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 19। ਕੁਐਸਚਨ ਨੰਬਰ 19 ਕੀ ਹੈ ਕਿ ਵਿਚ ਆਫ ਦਾ ਫੋਲੋਇੰਗ ਬ੍ਰਿਟਿਸ਼ ਆਫੀਸ਼ੀਅਲ ਐਸੋਸੀਏਟਡ ਵਿਦ ਦ ਲੋਕਲ ਸੈਲਫ ਗਵਰਨਮੈਂਟ। ਹਾਂਜੀ, ਜਿਨ੍ਹਾਂ ਨੂੰ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਵੀ ਕਹਿੰਦੇ ਆਪਾਂ। ਠੀਕ ਹੈ ਜੀ। ਆਪਸ਼ਨ ਨੇ ਲਾਰਡ ਮਾਇਓ, ਲਾਰਡ ਡਫਰਿਨ, ਲਾਰਡ ਨਾਰਥਬੁੱਕ ਜਾਂ ਲਾਰਡ ਰਿਪਨ। ਤੇ ਦੋਸਤੋ ਇਹਦੇ ਚੋਂ ਜਿਹੜਾ ਆਂਸਰ ਕੀ ਆਏਗਾ, ਲਾਰਡ ਰਿਪਨ। ਲਾਰਡ ਰਿਪਨ ਨੂੰ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਵੀ ਆਪਾਂ ਕਹਿੰਦੇ ਆ। ਠੀਕ ਹੈ ਜੀ। ਤੇ ਤੁਸੀਂ ਯਾਦ ਰੱਖਣਾ ਹੈ। ਨੈਕਸਟ ਹੈ ਜੀ ਕੁਐਸਚਨ ਨੰਬਰ 20। ਹੂ ਅਮੰਗ ਦਾ ਫੋਲੋਇੰਗ ਗਵਰਨਰ ਜਨਰਲਸ ਰਿਪੀਲ ਦਾ ਵਰਨੈਕੂਲਰ ਪ੍ਰੈਸ ਐਕਟ ਆਫ ਲਿਟਨ। ਹਾਂਜੀ, ਜਿਹੜਾ ਕਿ ਲਿਟਨ ਜੋ ਸੀਗੇ ਵਾਇਸਰਾਏ, ਉਹਨਾਂ ਨੇ ਜਿਹੜਾ ਵਰਨੈਕੂਲਰ ਪ੍ਰੈਸ ਐਕਟ ਜਿਹੜਾ ਸੀ ਪਾਸ ਕੀਤਾ ਸੀਗਾ, ਉਸ ਤੋਂ ਬਾਅਦ ਇਹਨੂੰ ਲਾਰਡ ਰਿਪਨ ਨੇ ਜਿਹੜਾ ਸੀਗਾ ਇਹ ਐਕਟ ਖਤਮ ਕੀਤਾ ਸੀਗਾ। ਸੋ ਇਹਦਾ ਜਿਹੜਾ ਆਂਸਰ ਆਏਗਾ ਉਹ ਡੀ ਆਏਗਾ, ਲਾਰਡ ਰਿਪਨ ਇਹਦਾ ਆਂਸਰ ਹੈ। ਠੀਕ ਹੈ ਜੀ। ਸੋ ਆਂਸਰ ਇਜ਼ ਡੀ। ਠੀਕ ਹੈ ਦੋਸਤੋ। ਸੋ ਅੱਜ ਦੇ ਸੈਸ਼ਨ ਵਿੱਚ ਆਪਾਂ 20 MCQs ਕਰਨੇ ਸੀਗੇ। ਸੋ ਆਈ ਹੋਪ ਕਿ ਤੁਹਾਡੇ ਵਾਸਤੇ ਇਹ ਜਿਹੜੇ MCQs ਨੇ ਬੜੇ ਹੈਲਪਫੁਲ ਹੋਣਗੇ ਦੋਸਤੋ। ਪੂਰੀ ਤਿਆਰੀ ਕਰਦੇ ਰਹੋ। ਠੀਕ ਹੈ ਜੀ। ਸਬਜੈਕਟ ਜਿਹੜੇ ਹੈਗੇ ਉਹ ਪੜ੍ਹਦੇ ਰਹੋ। ਠੀਕ ਹੈ। ਤੋਂ ਬੈਸਟ ਵਿਸ਼ੇਜ਼ ਨੇ ਤੁਹਾਡੇ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ, ਜਿੰਨੇ ਵੀ ਐਗਜ਼ਾਮ ਆਉਣੇ ਨੇ। ਆਪਣੀ ਸਟੱਡੀ ਬਹੁਤ ਵਧੀਆ ਕਰੋ।
ਤੋ ਹੋਰ ਵੀ ਇੱਦਾਂ ਦੇ ਬਹੁਤ ਸਾਰੇ ਸੈਸ਼ਨ ਆਪਾਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ, ਤੇ ਬਹੁਤ ਸਾਰੇ ਆਪਾਂ MCQs, ਤੇ ਹੁਣ ਆਪਾਂ ਜਿਹੜੇ ਲਾਈਵ ਸੈਸ਼ਨ ਨੇ ਉਹ ਵੀ ਤੁਹਾਡੇ ਸਟਾਰਟ ਕਰਨੇ ਨੇ। ਹੁਣ ਤੱਕ ਦੀਆਂ ਜਿਹੜੀਆਂ ਵੀਡੀਓਜ਼ ਸੀਗੀਆਂ ਤੇ ਉਹ ਤੁਸੀਂ ਦੇਖਿਆ ਹੋਣਾ ਕਿ ਰਿਕਾਰਡਡ ਵੀਡੀਓਜ਼ ਵੀ ਨੇ ਉਹਦੇ ਵਿੱਚ, ਬਟ ਹੁਣ ਆਪਾਂ ਲਾਈਵ ਸੈਸ਼ਨ ਜਿਹੜੇ ਨੇ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ। GS ਦੇ ਮੈਥ ਜਿਹੜਾ ਹੈਗਾ ਤੁਹਾਡਾ ਕੁਆਂਟ ਦੇ ਵੀ ਜਿਹੜੇ ਲਾਈਵ ਸੈਸ਼ਨ ਨੇ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ, ਤਾਂ ਕਿ ਤੁਹਾਡੀ ਜਿਹੜੀ ਪ੍ਰੈਪਰੇਸ਼ਨ ਹੈ ਇਹ ਬਹੁਤ ਵਧੀਆ ਤਰੀਕੇ ਨਾਲ ਚੱਲਦੀ ਰਹੇ। ਠੀਕ ਹੈ ਜੀ। ਸੋ ਥੈਂਕ ਯੂ ਵੈਰੀ ਮਚ। ਥੈਂਕ ਯੂ।